ਸੋ ਸਭ ਨੂੰ ਮੇਰੇ ਵੱਲੋਂ ਜੈ ਮਸੀਹ ਕੀ। ਮੈਂ ਗੁਰਪ੍ਰੀਤ ਔਰ ਇੱਕ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡੇ ਸਾਹਮਣੇ ਫਿਰ ਇੱਕ ਵਾਰ ਹਾਜ਼ਰ ਹੁੰਨਾ। ਸੋ ਅੱਜ ਜੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲਾਂ ਕਰਨੀਆਂ ਹੈ ਉਹ ਪਰਮੇਸ਼ਰ ਦਾ ਕੁਝ ਹਟ ਕੇ ਹੈ। ਔਰ ਜਦੋਂ ਅਗਲੀਆਂ ਵੀਡੀਓ ਆਵੇਗੀਆਂ ਉਹਨਾਂ ਦੇ ਵਿੱਚ ਅਸੀਂ ਯਹੂਨਾ ਦੀਆਂ 3 ਪੱਤਰੀਆਂ ਦੇ ਵਿੱਚੋਂ ਧਿਆਨ ਕਰਾਂਗੇ, ਜਿਨ੍ਹਾਂ ਨੂੰ ਅਸੀਂ ਐਪੀਸਲ ਕਰਕੇ ਬੋਲਦੇ ਹਾਂ। ਸੋ ਅੱਜ ਜੋ ਅਸੀਂ ਜਾਣਨਾ ਹੈ, ਕਿਉਂਕਿ ਬਹੁਤ ਸਾਰਿਆਂ ਦੇ ਮਨ ਦੇ ਵਿੱਚ, ਚਾਹੇ ਉਹ ਵਿਸ਼ਵਾਸੀ ਹੈ, ਚਾਹੇ ਉਹ ਅਣਵਿਸ਼ਵਾਸੀ ਹੈ, ਚਾਹੇ ਕੋਈ ਸਿੱਖਣਾ ਚਾਹੁੰਦਾ ਹੈ, ਚਾਹੇ ਨਹੀਂ ਸਿੱਖਣਾ ਚਾਹੁੰਦਾ ਹੈ, ਉਹਨਾਂ ਸਭਨਾਂ ਦੇ ਲਈ ਅੱਜ ਦਾ ਮੈਸੇਜ ਹੈ। ਔਰ ਉਹ ਮੈਸੇਜ ਇਹ ਹੈ ਕਿ ਸਾਨੂੰ ਬਾਈਬਲ ਸਿੱਖਣ ਦਾ ਕੀ ਲਾਭ ਹੈ। ਜੋ ਮੈਂ ਉੱਪਰ ਬੋਰਡ ਉੱਤੇ ਲਿਖਿਆ ਹੈ ਤਾਂ ਵਟ ਇਜ਼ ਦ ਗੇਨ ਬਾਏ ਸਟੱਡਿੰਗ ਦ ਬਾਈਬਲ। ਤਾਂ ਸਾਨੂੰ ਕੀ ਲਾਭ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖੀਏ, ਕਿ ਸਾਨੂੰ ਕੀ ਫਾਇਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣੀਏ। ਕਿਉਂਕਿ ਵਚਨ ਦੇ ਅਨੁਸਾਰ ਇਹ ਜੋ ਅੱਜ ਮੈਂ ਤੁਹਾਡੇ ਸਾਹਮਣੇ ਮੈਸੇਜ ਲੈ ਕੇ ਆਉਣਾ ਹੈ, ਇਸ ਦੇ ਅਨੁਸਾਰ ਬਹੁਤ ਸਾਰੀਆਂ, ਚਾਹੇ ਕਲੀਸਿਆ ਦੇ ਵਿੱਚ ਆਉਣ ਵਾਲਾ ਇੱਕ ਆਮ ਵਿਸ਼ਵਾਸੀ ਹੈ, ਚਾਹੇ ਉਹ ਪਰਮੇਸ਼ਰ ਦਾ ਦਾਸ ਹੈ, ਚਾਹੇ ਕੋਈ ਵੀ ਹੈ, ਹਰ ਇੱਕ ਨੂੰ ਪਰਮੇਸ਼ਰ ਦੇ ਵਚਨ ਨੂੰ ਜਾਣਨ ਦੀ ਜ਼ਰੂਰਤ ਹੈ। ਔਰ ਮੈਂ ਤੁਹਾਨੂੰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਦੱਸ ਦੇਵਾਂ। ਹੋ ਸਕਦਾ ਹੈ ਕਈ ਵਾਰ ਅਸੀਂ ਸੋਚਦੇ ਹੋਈਏ ਕਿ ਮੈਂ ਕੌਣ ਸਾ ਇੱਕ ਪਾਸਟਰ ਬਣਨਾ ਹੈ, ਜਾਂ ਮੈਂ ਕੌਣ ਸਾ ਇੱਕ ਪ੍ਰਭੂ ਦਾ ਦਾਸ ਬਣਨਾ ਹੈ। ਸੋ ਮੈਨੂੰ ਕੀ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣੀਏ, ਜਦ ਕਿ ਪਰਮੇਸ਼ਰ ਦਾ ਵਚਨ ਹਰ ਇੱਕ ਦੇ ਲਈ ਜ਼ਰੂਰੀ ਹੈ। ਸੋ ਉਹ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ। ਸੋ ਟੁਡੇ what we are going to learn, that the learning is, today I'm going to bring a message for you that what is the gain by studying the Bible. So what we can gain, why we need to study the Bible. So today we are going to learn from the Bible. So let's start today with a word of prayer. ਧੰਨਵਾਦ ਕਰੇ ਖੁਦਾਵੰਦ ਪਰਮੇਸ਼ਰ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ। ਔਰ ਜੋ ਖੁਦਾ ਅਸੀਂ ਇਸ ਵੀਡੀਓ ਦੇ ਦੁਆਰਾ ਤੁਹਾਡੇ ਕਲਾਮ ਨੂੰ, ਤੁਹਾਡੇ ਵਚਨ ਨੂੰ ਪ੍ਰਭੂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਖੁਦਾ ਹੋਣ ਦਿਓ ਖੁਦਾ, ਇਸ ਵੀਡੀਓ ਦੇ ਦੁਆਰਾ ਬਹੁਤ ਸਾਰੇ ਲੋਕ ਤੁਹਾਡੇ ਵਚਨ ਨੂੰ, ਤੁਹਾਡੇ ਵਚਨ ਦੀਆਂ ਉਸ ਗਹਿਰੀਆਂ ਗੱਲਾਂ ਨੂੰ ਜਾਣ ਸਕਣ ਖੁਦਾ, ਤਾਂ ਕਿ ਪ੍ਰਭੂ ਤੁਹਾਡੇ ਨਾਮ ਨੂੰ ਮਹਿਮਾ ਮਿਲਦੀ ਰਹੇ। ਖੁਦਾ ਧੰਨਵਾਦ ਕਰਦੇ ਹਾਂ, ਸਾਡੀ ਪ੍ਰਾਰਥਨਾ ਚਾਹੁੰਦੇ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। So let's study about what is the gain by studying the Bible, ਕਿ ਸਾਨੂੰ ਵਚਨ ਨੂੰ ਸਿੱਖਣ ਦਾ ਕੀ ਲਾਭ ਹੈ, ਚਾਹੇ ਕੋਈ ਵਿਸ਼ਵਾਸੀ ਹੈ, ਚਾਹੇ ਕੋਈ ਪਾਸਟਰ। Let's see from the Bible. So ਜਦੋਂ ਵੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ, ਉਸ ਦੇ ਵਿੱਚ ਜਦੋਂ ਅਸੀਂ ਧਿਆਨ ਕਰਕੇ ਦੇਖਾਂਗੇ, ਸੋ ਮੈਂ ਇਸ ਦੇ ਵਿੱਚ 5 ਗੱਲਾਂ ਜੋ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹਾਂਗਾ। ਸੋ ਉਹਨਾਂ 5 ਗੱਲਾਂ ਦੇ ਵਿੱਚ ਅਸੀਂ ਸਿੱਖਾਂਗੇ ਕਿ ਸਾਨੂੰ ਕਿਉਂ ਪਰਮੇਸ਼ਰ ਦੇ ਵਚਨ ਨੂੰ ਜਾਣਨ ਦੀ, ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੀ ਜ਼ਰੂਰਤ ਹੈ। ਇੱਕ ਮਸੀਹ ਹੁੰਦੇ ਹੋਏ ਔਰ ਵਚਨ ਦੱਸਦਾ ਹੈ ਔਰ ਅਸੀਂ ਵਚਨ ਦੇ ਅਨੁਸਾਰ ਸਿੱਖਾਂਗੇ। ਸੋ ਪਹਿਲੀ ਗੱਲ, ਤਾਂ ਕਿ profound knowledge Romans chapter number 15 verse 4, that we may be profound knowledge. Romans chapter number 4 15 verse 4. So here written like this, for whatsoever things were written for our learning. So ਜੋ ਕੁਝ ਵੀ ਇਸ ਦੇ ਵਿੱਚ ਲਿਖਿਆ ਹੋਇਆ ਹੈ ਉਹ ਸਾਡੇ ਸਿੱਖਿਆ ਵਾਸਤੇ ਲਿਖਿਆ ਹੋਇਆ ਹੈ। ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਮੈਂ ਤੁਹਾਡੇ ਸਾਹਮਣੇ ਇੱਕ ਵਾਰ ਪੜ੍ਹ ਕੇ ਦੱਸ ਦੇਵਾਂ, ਤਾਂ ਕਿ ਜਿਹੜੇ, ਕਿਉਂਕਿ ਮੈਨੂੰ ਥੋੜ੍ਹਾ ਪਰੇਸ਼ਾਨੀ ਹੈ, ਕਿਉਂਕਿ ਅਸੀਂ ਥੋੜ੍ਹਾ ਇੰਗਲਿਸ਼ ਦੇ ਵਿੱਚ, ਜੋ ਮੇਰੇ ਦੋਸਤ ਭੈਣ ਭਾਈ ਹੈ ਉਹਨਾਂ ਨੂੰ ਇੰਗਲਿਸ਼ ਤੱਕ ਵਚਨ ਮੈਂ ਚਾਹਾਂਗਾ ਕਿ ਉਹ ਵੀ ਪਰਮੇਸ਼ਰ ਦੇ ਵਚਨ ਨੂੰ ਸਿੱਖ ਸਕਣ। ਰੋਮਨ ਚੈਪਟਰ ਨੰਬਰ 15 verse 4, ਰੋਮੀਆਂ ਦੀ ਪੱਤਰੀ ਉਸ ਦਾ 15 ਅਧਿਆਏ ਉਸ ਦਾ 4 ਐਤ ਨੂੰ ਪੜ੍ਹਾਂਗੇ। ਕਿਉਂਕਿ ਲਿਖਿਆ ਹੈ, ਕਿਉਂ ਜੋ ਕੁਝ ਅੱਗੇ ਲਿਖਿਆ ਗਿਆ ਜੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ। ਕਿਉਂ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੀ ਜ਼ਰੂਰਤ ਹੈ? ਕਿਉਂਕਿ ਵਚਨ ਗਵਾਹੀ ਕਰਦਾ ਹੈ, ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਗਹਿਰਾਈ ਦੇ ਨਾਲ ਸਿੱਖ ਸਕੀਏ। ਪ੍ਰੋਫਾਊਂਡ ਨੌਲੇਜ, ਰੋਮਨ ਚੈਪਟਰ ਨੰਬਰ 15 verse 4, ਪ੍ਰੋਫਾਊਂਡ ਨੌਲੇਜ, ਤਾਂ ਕਿ ਅਸੀਂ ਗਹਿਰਾਈ ਦੇ ਨਾਲ ਉਸ ਪਰਮੇਸ਼ਰ ਦੇ ਵਚਨ ਨੂੰ ਜਾਣ ਸਕੀਏ। ਉਹ ਗਹਿਰੀਆਂ ਗੱਲਾਂ, ਜਿਹੜੀਆਂ ਗੱਲਾਂ ਤੋਂ ਅਸੀਂ ਅਣਜਾਣ ਆ, ਉਹ ਭੇਤ, ਜਿਹੜੇ ਭੇਤ ਸਾਡੇ ਤੱਕ ਹਜੇ ਤੱਕ ਨਹੀਂ ਖੁੱਲ੍ਹੇ, ਉਹਨਾਂ ਗੱਲਾਂ ਤੱਕ ਜਿਹੜੀਆਂ ਅਸੀਂ ਹਜੇ ਤੱਕ ਨਹੀਂ ਜਾਣਦੇ, ਉਹਨਾਂ ਗੱਲਾਂ ਤੱਕ ਅਸੀਂ ਜਾਣੂ ਹੋ ਸਕੀਏ। ਇਹ ਮੈਂ ਨਹੀਂ ਬੋਲਦਾ, ਬਲਕਿ ਪਰਮੇਸ਼ਰ ਦਾ ਵਚਨ
रोमिया की पत्री उसका 15 अध्याय उसकी 4 ऐत दे विच लिखिया है। तुसीं अपनी बाइबल से पढ़ के देख सकते हो। और बहुत क्योंकि सानू हर एक नूं एक विश्वासी होंदे हुए मसीह होंदे हुए बाइबल नूं सीखण की जरूरत है। ताकि क्यों साडा लाभ की है, ताकि असी उस गहरे ज्ञान नूं लै सकीए, असी उस गहरे परमेश्वर दे वचन नूं सीख सकीए। यही एक मसीह होंदे हुए साडे जीवन दे विच मसीह होंदे हुए वचन नूं सीखण दा फायदा। नंबर 2, द पर्सनल फेथ। नंबर 2, पर्सनल फेथ। रोमन चैप्टर नंबर 10 वर्स 17। The personal faith, Roman chapter number 10 verse 17. The word the Bible says is here. So then the faith cometh by hearing, and hearing by the word of God. So विश्वास सुन तो ते सुनना परमेश्वर दे वचन तो होंदा है। Then the come the personal faith in our life. तो जिथों असी बचाए जाना है वो सिर्फ और सिर्फ परमेश्वर का वचन सानू दसदा है। जिथों असी बचाए जाना है, द पर्सनल फेथ जो साडा व्यक्तिगत विश्वास है वो कित्थों आंदा है? सिर्फ और सिर्फ परमेश्वर के वचन तो। जो असी यीशु मसीह बारे जानिया कित्थों जानिया? असी परमेश्वर के वचन तो। असी परमेश्वर नूं जानिया कित्थों जानिया? असी परमेश्वर के वचन तो। असी जो गल्लां अज असी हर अपने मसीह जीवन दे विच सीखदे हां कित्थों जानिया? सिर्फ और सिर्फ परमेश्वर के वचन चों। सो विश्वास ताकि कि यदा लाभ है, ताकि साडे जीवन दे विच विश्वास पाया जा सके, ताकि साडे जीवन दे विच पर्सनल फेथ कि असी जदों भी किसी व्यक्ति बारे पढ़ते हैं सानू बहुत बार इनकरेजमेंट मिलती है, सानू बहुत बार उत्साह मिलता है जदों असी किसी व्यक्ति बारे जो परमेश्वर के नाल वफादारी के नाल चलता है। कितना कुछ असी अब्राहम के जीवन के विचों सीखते हैं, कितना कुछ असी इसहाक के जीवन के विचों सीखते हैं, कितना कुछ असी दानियल के जीवन के विचों सीखते हैं। सिर्फ कित्थे लिखा होया है? परमेश्वर के वचन के विच जो गल्लां पवित्र आत्मा की अगुवाई के द्वारा लिखियां गईयां, ताकि साडा वो व्यक्तिगत विश्वास परमेश्वर दे विच ते उस प्रभु यीशु मसीह दे विच आ सके। नंबर 3 जिहदे बारे अज असी पढ़ना है, थर्ड, द प्यूरिफिकेशन ऑफ लाइफ। प्यूरिफिकेशन ऑफ लाइफ, जॉन चैप्टर नंबर 15 वर्स 3। ताकि असी परमेश्वर के वचन के द्वारा धोते जा सकिए, ताकि असी परमेश्वर के वचन के द्वारा पवित्र किए जा सकिए। की फायदा है सानू परमेश्वर के वचन सीखण का? पहला, प्रोफाउंड नॉलेज, ताकि असी परमेश्वर के वचन ज्ञान लै सकिए। दूसरा, द पर्सनल फेथ, ताकि असी परमेश्वर दे विच अपना विश्वास पा सकिए। द तीसरा, जिहड़ा विश्वास असी पाया होया है, जिहड़े विश्वास दे विच असी बने हुए हैं, उस विश्वास के अनुसार अपने जीवन नूं परमेश्वर दे विच पवित्र कर सकिए। The here, the word say, now ye are clean through the word which I have spoken unto you. तुसी हुण सारे साफ कीते गए हो इस वचन के द्वारा, जिहड़ा वचन तुहाडे लई दिता होया है। John chapter number 15 verse 3 it says like this। यूहन्ना दी इंजील उसका 15 अध्याय उसकी 3 आयत दे विच इस तरह करके लिखा आया है, जो मैं तुहानू पढ़ के दस देवां। यूहन्ना दी इंजील उसका 15 अध्याय उसकी 3 है। तां तुसी तां उस वचन करके जो मैं तुहानू कहा है साफ हो चुके हो। सिर्फ और सिर्फ कैसे करके? परमेश्वर के वचन करके। खास करके बिकॉज ऑफ द बाइबल, द बाइबल वी आर स्टडिंग।
क्यों सानू परमेश्वर के वचन नूं पढ़न दी, परमेश्वर के वचन नूं सीखण की जरूरत है? फिर दोबारा प्रोफाउंड नॉलेज, ताकि असीं परमेश्वर के वचन का ज्ञान लै सकीए। दूसरा पर्सनल फेथ, ताकि असीं अपने व्यक्तिगत जीवन के परमेश्वर के विश्वास नूं जो असीं परमेश्वर उत्ते पाया होया, जो असीं प्रभु यीशु मसीह दे विच लैके आंदा है, उस विश्वास नूं लैके आ सकीए। दैन थर्ड प्यूरीफिकेशन ऑफ लाइफ, ताकि असीं परमेश्वर के विच पवित्र हो सकीए। क्योंकि पतरस की पत्री जो असीं पढ़ते हैं वचन विच लिखिया परमेश्वर पवित्र है, तो असीं भी उस दे वांग पवित्र होने चाहिए। द प्यूरीफिकेशन ऑफ लाइफ इस, क्योंकि वचन तो इलावा होर कोई चीज़ नहीं है जिहड़ी सानू परमेश्वर के सामने पवित्र कर सके। वचन तो इलावा होर कोई वस्तु नहीं है जिहड़ी सानू पवित्र बना सके। वचन के अलावा होर कोई ऐसी चीज़ नहीं है जिहड़ी सानू पाक बना सके, जिहड़ी सानू परमेश्वर के योग बना सके। क्योंकि वचन ही है जिहड़ा सानू हर समय अगवाई करता है। वचन ही है जिहड़ा सानू हर समय दसदा है कि इस चीज़ नूं पाप है। पाप के बारे भी परमेश्वर का वचन दसदा है। जे परमेश्वर का वचन ना होवे तो सानू पाप के बारे हो सकता है पता ना हुंदा। जे परमेश्वर का वचन ना होवे तो हो सकता है सानू परमेश्वर के प्रेम बारे पता ना हुंदा। जे परमेश्वर का वचन ना हुंदा तो हो सकता है सानू परमेश्वर के उस पुत्र के लहू बहाए का पता ना हुंदा कि वह परमेश्वर का पुत्र है, वह परमेश्वर का पुत्र लहू है। हो सकता है सानू ना पता। सो देन वी नीड टू स्टडी द बाइबल। सो मेरा चैनल बनाने का एक ही मकसद है, ताकि उन्होंने लोगों तक जोड़े लोग हजे तक प्रभु के वचन दे विच हजे तक उस गल्लां तक जाणू नहीं है, उन्होंने तक ये परमेश्वर का वचन पहुँचाना है। सो कोई किसी लालच के नाल नहीं है, किसी मकसद के नाल नहीं है, बस एक ही मकसद है कि परमेश्वर का सही रीति के नाल कलाम का प्रचार करना, उन्होंने लोगों तक उस नॉलेज में पहुँचाना। क्योंकि बहुत सारे ऐसे स्टूडेंट है जोड़े बाइबल कॉलेज में जाना चाहते हैं, पर हो सकते किसी रीजन करके ना जा सकते हो। पर मैं एक विश्वास करता कि हुण सोशल मीडिया का जमाना है, सोशल मीडिया होने करके सोशल मीडिया दे करके हुण, क्योंकि हर एक घर मोबाइल है, हर घर दे विच इंटरनेट है, सुविधा है। सो मैं विश्वास करता कि यूट्यूब के जरिए हर जगह पे इस वीडियो के द्वारा परमेश्वर के कलाम में पहुँचाया जा सकता है। सो मैं चाहांगा कि जो इस वीडियो में देखने वाले हैं वो भी इस सेवकाई दे विच अपना हिस्सा पा के दूसरे लोगों तक परमेश्वर के वचन को सिखाने के लिए मेरी मदद दे विच सहायक हों, ताकि ये जो गल्लां है परमेश्वर की असी परमेश्वर के वचन को जानिए उन्होंने लोगों तक जारी हो सके, उन्होंने लोगों तक पहुँच सके जोड़े लोग हजे तक प्रभु यीशु मसीह को नहीं जानते, उन्होंने लोगों तक पहुँच सके जोड़े हजे तक, क्योंकि होशिया की पुस्तक के लिखा है कि परमेश्वर की प्रजा उसके ज्ञान तो बिना नाश हो। क्योंकि मेरी ये इच्छा है कि वो परमेश्वर का ज्ञान हर एक व्यक्ति तक पहुँचे, वो ज्ञान दियाँ भेद दियाँ गल्लां जिहड़ा परमेश्वर का वचन सानूं दसदा है, वो गल्लां हर एक व्यक्ति तक पहुँच सके, हर एक व्यक्ति। So then let's come back to our topics. What is the gain by studying the Bible? कि सानू की लाभ है कि असी परमेश्वर के वचन सीखिए। असी बार बार मैं तुहानू दसदा पिया प्रोफाउंड नॉलेज, ताकि परमेश्वर के वचन को असी गहराई के नाल जान सकीए। दैन पर्सनल फेथ, ताकि साडा व्यक्तिगत विश्वास बन सके। दैन प्यूरीफिकेशन ऑफ लाइफ, ताकि असी अपने जीवन को पवित्र कर सकी। दैन फोर्थ प्रिपरेशन फॉर सर्विस। Preparation for service. 2 Timothy verse number 3:17. Preparation for service, उस सेवकाई दे लई अपने आप को तैयार करना, जो कि 2 तिमोथी 2 तिमोथी उसका 3 अध्याय उसकी 17 आयत लिखा। क्योंकि जब असीं विश्वास करते कि 1 तिमोथी 2 तिमोथी टाइटस ये बुक्कां जिहड़ियां लिखियां हुई पत्रियां लिखियां हुई है, ये परमेश्वर की सेवक को एक तैयार करने के लिए लिखियां हुई।
कि परमेश्वर ਦਾ ਸੇਵਕ ਕਿਵੇਂ ਹੋਵੇ, ਉਸ ਨੂੰ ਕਿੱਦਾਂ ਕਲੀਸਿਆ ਨੂੰ ਚਲਾਉਣਾ ਹੈ, ਕਿੱਦਾਂ ਕਿਸੇ ਨੂੰ ਅਗਵਾਈ ਕਰਨਾ ਹੈ, ਕਿਵੇਂ ਕਿਸੇ ਦੇ ਵਿੱਚ ਚੱਲਣਾ ਹੈ, ਕਿਵੇਂ ਲੋਕਾਂ ਦੇ ਵਿੱਚ ਰਹਿਣਾ ਹੈ, ਕਿਵੇਂ ਹਰ ਇੱਕ ਚੀਜ਼ ਜੋ ਉਸ ਪਾਸਟਰਲ ਐਪੀਸਟਲ ਦੇ ਵਿੱਚ ਲਿਖੀਆਂ ਹੋਈਆਂ, ਪਹਿਲਾ ਤਿਮੋਥੀਅਸ 1, ਦੂਸਰਾ ਤਿਮੋਥੀਅਸ ਤੇ ਤੀਤਸ ਦੇ ਵਿੱਚ ਲਿਖੀਆਂ ਹੋਈਆਂ। ਜੇ ਕੋਈ ਵਿਅਕਤੀ ਆਪਣੇ ਆਪ ਨੂੰ ਸੇਵਕਾਈ ਦੇ ਲਈ ਤਿਆਰ ਕਰਦਾ ਹੈ, ਸੇਵਕਾਈ ਦੇ ਲਈ ਤਿਆਰ ਕਰਨਾ ਚਾਹੁੰਦਾ ਹੈ, ਤਾਂ ਮੈਂ ਚਾਹਾਂਗਾ ਕਿ ਉਹ ਵੀ ਪਰਮੇਸ਼ਰ ਦੇ ਇਸ ਵਚਨ ਨੂੰ ਜਾਣੇ, ਵਚਨ ਨੂੰ ਜਾਣੇ। ਪ੍ਰਿਪਰੇਸ਼ਨ ਫॉर ਸਰਵਿਸ, ਕਿ ਅਸੀਂ ਸਰਵਿਸ ਦੇ ਲਈ ਤਿਆਰੀ ਕਰ ਰਹੇ ਹਾਂ। ਜੇ ਤਿਆਰੀ ਕਰ ਰਹੇ ਹਾਂ ਤਾਂ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣੇ, ਕਿਉਂਕਿ ਵਚਨ ਤੋਂ ਬਿਨਾਂ ਸੇਵਕਾਈ ਕਰਨਾ ਇੱਕ ਜਿਸ ਤਰ੍ਹਾਂ ਇਹ ਪੈਨ ਹੈ, ਸ਼ਾਈ ਤੋਂ ਬਿਨਾਂ ਇਹ ਪੈਨ ਚੱਲੇਗਾ ਨਹੀਂ, ਉਸੇ ਤਰ੍ਹਾਂ ਪਰਮੇਸ਼ਰ ਦੇ ਵਚਨ ਤੋਂ ਬਿਨਾਂ ਸੇਵਕਾਈ cannot move, the service cannot move, the ministry which you are running cannot move। ਸੋ ਇਸ ਕਰਕੇ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣੀਏ। ਮੈਂ ਤੁਹਾਡੇ ਸਾਹਮਣੇ ਇਹ ਸ਼ਾਇਦ ਨੂੰ ਪੜ੍ਹ ਕੇ ਦੱਸ ਦੇਵਾਂ, 2 ਤਿਮੋਥੀਅਸ ਉਸ ਦਾ 3 ਅਧਿਆਏ ਉਸ ਦੀ 17 ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹ ਲੈਣਾ। ਇਸ ਤਰ੍ਹਾਂ ਕਰਕੇ ਲਿਖਿਆ ਹੈ, ਭਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਵੇ। ਤਿਆਰ ਪ੍ਰਿਪਰੇਸ਼ਨ, ਜਿਹੜੀ ਇਹ ਤਿਆਰੀ ਅਸੀਂ ਸੇਵਕਾਈ ਦੇ ਲਈ ਕਰ ਰਹੇ ਹਾਂ, ਸੋ ਮੈਂ ਚਾਹਾਂਗੇ ਕਿ ਅਸੀਂ ਵਚਨ ਦੇ ਅਨੁਸਾਰ ਕਰੀਏ, ਨਾ ਕਿ ਆਪਣੀ ਸੋਚ, ਆਪਣੀ ਸਮਝ ਦੇ ਨਾਲ, ਨਾ ਕਿ ਆਪਣੀ ਬੁੱਧ ਅਤੇ ਆਪਣੀ ਗਿਆਨ ਦੇ ਨਾਲ। ਕਿਉਂਕਿ ਕਹੌਤਾਂ ਦੀ ਜਦੋਂ ਅਸੀਂ ਕਿਤਾਬ ਨੂੰ ਪੜ੍ਹਦੇ ਹਾਂ, ਕਹੌਤਾਂ ਦੀ ਪੂਰੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ, ਆਪਣੇ 'ਤੇ ਭਰੋਸਾ ਕਰਨ ਤੋਂ ਜ਼ਿਆਦਾ ਪਰਮੇਸ਼ਰ 'ਤੇ ਭਰੋਸਾ ਰੱਖ, ਪਰਮੇਸ਼ਰ 'ਤੇ ਭਰੋਸਾ। ਅਤੇ ਜੇ ਪਰਮੇਸ਼ਰ 'ਚ ਭਰੋਸਾ ਰੱਖਦੇ ਹਾਂ, ਵਿਸ਼ਵਾਸ ਕਰਦੇ ਹਾਂ, if we believe in God, if we believe in Him, then we need to prepare for service according to the word which God has given to us through the inspiration of the Holy Spirit। ਸੋ ਸਾਨੂੰ ਜ਼ਰੂਰਤ ਹੈ ਕਿ ਜੋ ਪਰਮੇਸ਼ਰ ਦੇ ਵਚਨ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਲਿਖੇ ਗਏ ਹੈ, ਉਹਨਾਂ ਵਚਨਾਂ ਦੇ ਅਨੁਸਾਰ ਆਪਣੇ ਆਪ ਨੂੰ ਸੇਵਕਾਈ ਦੇ ਲਈ ਤਿਆਰ ਕੀਤੇ ਜਾ ਸਕੀਏ। ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਹੈ, the 2 Timothy chapter number 3 verse 17 says this, that the man of God may be perfect, thoroughly furnished unto all good works। ਤਾਂ ਕਿ ਪਰਮੇਸ਼ਰ ਦਾ ਬੰਦਾ ਕਾਬਲ ਤੇ ਹਰ ਭਲੇ ਕੰਮ ਲਈ ਤਿਆਰ ਕੀਤਾ ਜਾ ਸਕੇ, ਤਿਆਰ ਕੀਤਾ ਜਾ ਸਕੇ। ਜੇ ਪਰਮੇਸ਼ਰ ਦਾ ਸੇਵਕ ਹੋਣ ਦੇ ਲਈ ਤਿਆਰ ਕਰਨੇ ਆਪਣੇ ਆਪ ਨੂੰ, ਜੇ ਪਰਮੇਸ਼ਰ ਦੇ ਸੇਵਕਾਈ ਦੇ ਲਈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਪਾਸਟਰ ਨੂੰ ਹੀ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ ਚਾਹੀਦਾ, ਜ਼ਰੂਰੀ ਨਹੀਂ ਹੈ ਕਿ ਪਾਸਟਰ ਹੀ ਪਰਮੇਸ਼ਰ ਦਾ ਵਚਨ ਸਿੱਖੇ, ਜ਼ਰੂਰੀ ਨਹੀਂ ਹੈ ਕਿ ਪਰਮੇਸ਼ਰ ਦੇ ਜੋ ਸੇਵਕਾਈ ਕਰਦੇ ਹੈ ਪ੍ਰਚਾਰਕ, ਉਹ ਹੀ ਪਰਮੇਸ਼ਰ ਦਾ ਵਚਨ ਸਿੱਖਣ, ਬਲਕਿ ਹਰ ਇੱਕ ਜੋ ਪਰਮੇਸ਼ਰ 'ਚ ਵਿਸ਼ਵਾਸ ਕਰਦਾ ਹੈ, ਜ਼ਰੂਰਤ ਹੈ ਕਿ ਇਸ ਵਚਨ ਨੂੰ ਜਾਣੋ। ਔਰ ਫਿਰ ਦੁਬਾਰਾ ਜਿਹੜੇ ਚਾਹੁੰਦੇ ਹੈ ਕਿ ਅਸੀਂ ਪਰਮੇਸ਼ਰ ਦੀ ਸੇਵਕਾਈ ਕਰੀਏ, ਤਾਂ ਫਿਰ ਜ਼ਰੂਰਤ ਹੈ ਕਿ ਅਸੀਂ ਇਸ ਵਚਨ ਨੂੰ ਜਾਣੀਏ। ਅਸੀਂ ਜ਼ਰੂਰਤ ਹੈ ਕਿ ਅਸੀਂ ਇਸ ਵਚਨ ਨੂੰ ਪੜ੍ਹੀਏ, ਇਸ ਵਚਨ ਦੇ ਵਿੱਚੋਂ ਉਹ ਗਹਿਰੀਆਂ ਗੱਲਾਂ ਉਸ ਪਰਮੇਸ਼ਰ ਦੇ ਬਾਰੇ ਜਾਣੀਏ ਜਿਹੜਾ ਪਰਮੇਸ਼ਰ ਸਾਡੀ ਸੇਵਕਾਈ ਦੇ ਵਿੱਚ ਮਦਦ ਕਰਨ ਵਾਲਾ। ਦੈਨ the last one, 5th, power in mystery। power in mystery। ਹੁਣੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ preparation for service। ਜੇ ਅਸੀਂ ਸੇਵਕਾਈ ਦੇ ਲਈ ਤਿਆਰੀ ਕਰ ਰਹੇ ਹਾਂ ਤੇ ਉਸ ਦੇ ਲਈ ਉਸ ਸ਼ਕਤੀ ਦੀ ਜ਼ਰੂਰਤ ਹੈ, ਕਿਉਂਕਿ ਯਹੂਨਾ ਦੀ ਇੰਜੀਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਦੇ ਉਹ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਉਸੇ ਤਰ੍ਹਾਂ ਇਸ ਵਚਨ ਤੋਂ ਬਿਨਾਂ ਅਸੀਂ ਸੇਵਕਾਈ ਦੇ ਵਿੱਚ ਅੱਗੇ ਨਹੀਂ ਵਧ ਸਕਦੇ। ਪਾਵਰ ਫॉर ਸਰਵਿਸ, ਪਾਵਰ ਇਨ ਮਿਸਟਰੀ, ਪਾਵਰ ਇਨ ਮਿਸਟਰੀ, ਪਾਵਰ ਇਨ ਮਿਸਟਰੀ। ਕਿਵੇਂ ਸਾਡੀ ਮਿਨਿਸਟਰੀ ਦੇ ਵਿੱਚ ਉਹ ਸ਼ਕਤੀ ਆ ਸਕਦੀ ਹੈ
बाय what shall be done कि ਅਸੀਂ ਕੀ ਕਰੀਏ ਕਿ ਸਾਡੀ ਸੇਵਕਾਈ ਦੇ ਵਿੱਚ ਉਹ ਸਮਰਥ ਆ ਜਾਏ ਜਿਹੜੀ ਪਰਮੇਸ਼ਰ ਦਾ ਵਚਨ ਸਾਥੋਂ ਚਾਹੁੰਦਾ ਹੈ। ਨੰਬਰ 1 ਉਹਦੇ ਲਈ ਪ੍ਰੈਕਟਿਸ ਇਜ਼ ਟਰੂਥ। ਪ੍ਰੈਕਟਿਸ ਇਜ਼ ਟਰੂਥ। ਇਸ ਤੇ ਜਗ੍ਹਾ ਸਪੇਸ ਥੋੜੀ ਹੈ, ਮੈਂ ਬੋਲ ਦੇਣਾ ਪ੍ਰੈਕਟਿਸ ਇਜ਼ ਟਰੂਥ। ਜੋ ਪਰਮੇਸ਼ਰ ਦੇ ਵਚਨ ਦੀ ਸੱਚਾਈ ਹੈ ਉਸ ਦੇ ਵਿੱਚ ਚੱਲਣ ਦੇ ਨਾਲ, ਜੋ ਪਰਮੇਸ਼ਰ ਦੇ ਵਚਨ ਦੀ ਸੱਚਾਈ ਹੈ ਉਸ ਦੇ ਵਿੱਚ ਬਾਰ-ਬਾਰ ਅਭਿਆਸ ਕਰਨ ਦੇ ਨਾਲ, ਕਿਉਂਕਿ ਇਹ ਸੱਚਾਈ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ ਕਿ ਅਸੀਂ ਆਪਣੀ ਸੇਵਕਾਈ ਨੂੰ ਮਜ਼ਬੂਤ ਕਰ ਸਕੀਏ, ਕਿ ਅਸੀਂ ਆਪਣੀ ਸੇਵਕਾਈ ਨੂੰ ਇੱਕ ਕਹਿ ਸਕੀਏ ਗੜ੍ਹ ਬਣਾ ਸਕੀਏ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ। ਦੂਸਰਾ ਪ੍ਰੈਕਟਿਸ ਇਜ਼ ਟਰੂਥ ਦੈਨ ਪ੍ਰੋਕਲੇਮ ਇਜ਼ ਟਰੂਥ। ਜੇ ਅਸੀਂ ਉਸ ਦੇ ਵਿੱਚ ਅਭਿਆਸ ਕਰ ਰਹੇ ਹਾਂ ਤਾਂ ਫਿਰ ਜ਼ਰੂਰਤ ਹੈ, ਪ੍ਰੋਕਲੇਮ ਮਤਲਬ ਬੋਲਣਾ, ਪ੍ਰਚਾਰ ਕਰਨਾ, ਪ੍ਰੋਕਲੇਮ ਇਜ਼ ਟਰੂਥ, ਤੇ ਫਿਰ ਜ਼ਰੂਰਤ ਹੈ ਕਿ ਅਸੀਂ ਇਸ ਸੱਚਾਈ ਨੂੰ ਜਿਹੜੀ ਅਸੀਂ ਪ੍ਰੈਕਟਿਸ ਕਰਦੇ ਆ ਰਹੇ ਹਾਂ ਇਸ ਨੂੰ ਦੂਸਰੇ ਲੋਕਾਂ ਤੱਕ ਪਹੁੰਚਾਈਏ, ਦੂਸਰੇ ਲੋਕਾਂ ਤੱਕ ਦੱਸੀਏ, ਦੂਸਰੇ ਲੋਕਾਂ ਨੂੰ ਸੱਚਾਈ ਦੱਸੀਏ। ਕਿਉਂਕਿ ਵਚਨ ਗਵਾਹੀ ਕਰਦਾ ਹੈ ਕਿ ਜੋ ਸੱਚਾਈ ਨੂੰ ਜਾਣੇਗਾ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਇਹ ਸੱਚਾਈ ਜਿਹੜੀ ਆਜ਼ਾਦ ਕਰਨ ਵਾਲੀ ਸੱਚਾਈ ਹੈ, ਜ਼ਰੂਰਤ ਹੈ ਪਹਿਲਾਂ ਅਸੀਂ ਇਸ 'ਤੇ ਅਭਿਆਸ ਕਰੀਏ, ਪਹਿਲਾਂ ਆਪਣੇ ਆਪ ਦੇ ਵਿੱਚ ਲਾਗੂ ਕਰੀਏ, ਫਿਰ ਅਸੀਂ ਦੂਸਰਿਆਂ ਨੂੰ ਦੱਸ ਕੇ, ਦੂਸਰਿਆਂ ਨੂੰ ਸਿਖਾ ਕੇ ਉਸ ਪਰਮੇਸ਼ਰ ਦੇ ਯੋਗ ਬਣਾ ਸਕੀਏ, ਤੇ ਫਿਰ ਅਸੀਂ ਬੋਲ ਸਕੀਏ ਕਿ ਵਟ ਇਜ਼ ਦ ਗੇਨ ਬਾਏ ਸਟੱਡਿੰਗ ਦ ਬਾਈਬਲ, ਕਿ ਸਾਨੂੰ ਬਾਈਬਲ ਨੂੰ ਸਿੱਖਣ ਦਾ ਕੀ ਲਾਭ ਹੈ। ਮੈਂ ਤੁਹਾਡੇ ਸਾਹਮਣੇ 5 ਜੋ ਪੁਆਇੰਟ ਹੈ ਇਹ ਲੈ ਕੇ ਆਇਆ ਤਾਂ ਕਿ ਅਸੀਂ ਇਹਨਾਂ ਪੁਆਇੰਟਾਂ ਦੇ ਆਧਾਰ 'ਤੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖ ਸਕੀਏ। ਉਹ 5 ਪੁਆਇੰਟ ਫਿਰ ਦੁਬਾਰਾ ਹਾਈਲਾਈਟ ਕਰ ਦੇਣਾ। ਪਹਿਲਾ ਨੰਬਰ ਪ੍ਰੋਫਾਊਂਡ ਨੌਲੇਜ, ਤਾਂ ਕਿ ਅਸੀਂ ਉਸ ਪਰਮੇਸ਼ਰ ਦੇ ਵਚਨ ਦੀ ਗਹਿਰਾਈ ਨੂੰ ਸਿੱਖ ਸਕੀਏ। ਦੈਨ ਸੈਕਿੰਡ ਦ ਪਰਸਨਲ ਫੇਥ, ਰੋਮਨ ਚੈਪਟਰ ਨੰਬਰ 10 verse 17, the personal faith, how the faith come in our life. The word of God say the faith cometh by hearing and the hearing by the word of God. Then ਪਰਮੇਸ਼ਰ ਦਾ ਵਚਨ ਸੁਣਨਾ, ਵਿਸ਼ਵਾਸ ਸੁਣ ਤੇ ਸੁਣਨਾ ਪਰਮੇਸ਼ਰ ਦੇ ਵਚਨ ਤੋਂ ਹੁੰਦਾ ਹੈ। Then the purification of life, purification of life, the John chapter number 15 verse 3, ਕਿ ਅਸੀਂ ਆਪਣੇ ਜੀਵਨ ਨੂੰ ਕਿੱਦਾਂ ਪਵਿੱਤਰ ਕਰ ਸਕੀਏ ਸਿਰਫ ਔਰ ਸਿਰਫ ਪਰਮੇਸ਼ਰ ਦੇ ਵਚਨ ਦੇ ਨਾਲ। ਦੈਨ ਦ ਫੋਰਥ ਵਨ ਇਜ਼ ਪ੍ਰੀਪਰੇਸ਼ਨ ਫॉर ਸਰਵਿਸ। ਜੇ ਕੋਈ ਵਿਅਕਤੀ ਪਰਮੇਸ਼ਰ ਦਾ ਦਾਸ ਹੋਣਾ ਚਾਹੁੰਦਾ ਹੈ, ਕੋਈ ਸੇਵਕ ਹੋਣਾ ਚਾਹੁੰਦਾ ਹੈ, ਕਿਸੇ ਸੇਵਕਾਈ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਜ਼ਰੂਰਤ ਹੈ ਕਿ ਉਹ ਇਸ ਵਚਨ ਨੂੰ ਸਿੱਖੇ। ਦੈਨ ਫਿਫਥ ਦ ਲਾਸਟ ਪਾਵਰ ਇਨ ਮਿਨਿਸਟਰੀ, ਕਿ ਅਸੀਂ ਆਪਣੀ ਸੇਵਕਾਈ ਨੂੰ ਕਿੱਦਾਂ ਮਜ਼ਬੂਤ ਕਰ ਸਕਦੇ ਹਾਂ ਸਿਰਫ ਇਸ ਵਚਨ, ਜਿਹੜਾ ਵਚਨ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਂਦਾ ਹੈ ਉਸ ਵਚਨ ਨੂੰ ਦੂਸਰਿਆਂ ਦੇ ਵਿੱਚ ਦੂਸਰਿਆਂ ਨੂੰ ਸੁਣਾਉਣਾ, ਉਸ ਵਚਨ ਨੂੰ ਦੂਸਰਿਆਂ ਨੂੰ ਸਿਖਾਉਣਾ। ਕਿਉਂਕਿ ਪਹਿਲਾਂ ਜੋ ਅਸੀਂ ਪੜ੍ਹ ਕੇ ਹਟਿਆ ਪ੍ਰੋਫਾਊਂਡ ਨੌਲੇਜ, ਕਿਉਂਕਿ ਰੋਮਨ ਚੈਪਟਰ ਨੰਬਰ 15 verse 4 ਇੱਦਾਂ ਕਰਕੇ ਲਿਖਿਆ ਹੋਇਆ ਹੈ ਕਿ ਜੋ ਕੁਝ ਵੀ ਇਸ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਮੇਰੇ ਲਈ ਤੇ ਸਾਡੇ ਸਾਰਿਆਂ ਦੇ ਸਿੱਖਣ ਦੇ ਲਈ ਲਿਖਿਆ ਹੋਇਆ ਹੈ। ਜੇ ਅਸੀਂ ਸਿੱਖਣਾ ਚਾਹੁੰਦੇ ਹਾਂ ਇਹਨਾਂ ਵਚਨਾਂ ਨੂੰ, ਇਹਨਾਂ ਪੁਆਇੰਟਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਈਏ ਤਾਂ ਕਿ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ, ਇਸ ਵਚਨਾਂ ਦੇ ਦੁਆਰਾ ਸਾਡੇ ਜੀਵਨ ਦੇ ਵਿੱਚ ਜਿਸ ਮਕਸਦ ਦੇ ਲਈ ਅਸੀਂ ਇਹਨਾਂ ਵਚਨਾਂ ਨੂੰ ਸਿੱਖ ਰਹੇ ਹਾਂ ਉਸ ਦੇ ਲਈ ਤਿਆਰ ਕਰ ਸਕੀਏ। ਸੋ ਜੇ ਤਿਆਰ ਹੋ ਤਾਂ ਮੈਂ ਚਾਹਾਂਗਾ ਕਿ ਅਸੀਂ ਅਗਲੀ ਵੀਡੀਓ 'ਚ ਜਦ ਆਈਏ, ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਕਿ ਅਸੀਂ ਅਗਲੀ ਵੀਡੀਓ 'ਚ ਜਦੋਂ ਆਵਾਂਗੇ ਅਸੀਂ ਯਹੂਨਾ ਦੀਆਂ 3 ਪੱਤਰੀਆਂ ਨੂੰ ਸਿੱਖਾਂਗੇ, ਜਿਹੜੀਆਂ ਪਹਿਲਾ ਯਹੂਨਾ, ਦੂਜਾ ਯਹੂਨਾ, ਤੀਜਾ ਯਹੂਨਾ। So when we come in the next video, then we will be going to learn the 3 epistles of the John, the 1st John, 2nd John, 1st John, 2nd John, and the 3rd John. So there we will learning the epistle of John. So please subscribe and press like button so that the God's word may be expound in all the world.
ਸੋ ਇਸ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਚੈਨਲ ਦੇ ਬੈਲ ਆਈਕਨ ਨੂੰ ਦਬਾ ਕੇ ਅਸੀਂ ਇਸ ਦੇ ਵਿੱਚ ਬਣ ਕੇ ਪਰਮੇਸ਼ਵਰ ਦੇ ਬਚਨ ਨੂੰ ਲਗਾਤਾਰ ਸੀਰੀਜ਼ ਵਾਈਜ਼ ਔਰ ਕਿਤਾਬਾਂ ਦੇ ਰਾਹੀਂ ਪਰਮੇਸ਼ਵਰ ਦੇ ਬਚਨ ਨੂੰ ਸਿੱਖੀਏ। ਸੋ ਪਰਮੇਸ਼ਵਰ ਤੁਹਾਨੂੰ ਬਹੁਤ ਤਾਈਨਾ ਆਸ਼ੀਸ਼ ਕਰੇ।